ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰੋਹਿਣੀ ਹੈ। ਮੇਰੇ ਚਾਚੇ ਤੇ ਦਾਦੀ ਨੂੰ ਪਹਿਲੇ ਦਿਨ ਤੋਂ ਹੀ ਕੁੜੀਆਂ ਤੋਂ ਨਫ਼ਰਤ ਸੀ। ਮੇਰੀ ਚਾਚੀ ਨੇ ਕੁੜੀ ਪੈਦਾ ਕਰਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ, ਜਿਸ ਕਰਕੇ ਬੇਟਾ ਪੈਦਾ ਨਾ ਕਰਨ ਦੇ ਤਾਨੇ ਮਿਹਣੇ ਮਾਰ ਕੁੱਟ ਉਹ ਵਿਆਹ ਤੋਂ ਲੈ ਕੇ ਹੁਣ ਤੱਕ ਭੁਗਤ ਰਹੀ ਸੀ। ਬਸ ਹੁਣ ਮੇਰਾ ਇੱਕ ਹੀ ਮਕਸਦ ਸੀ ਕਿ ਮੈਂ ਪੜ੍ਹ ਲਿਖ ਕੇ ਨੌਕਰੀ ਕਰਾਂ ਤੇ ਇੰਨੇ ਪੈਸੇ ਕਮਾਵਾਂ ਕਿ ਦਾਦੀ ਨੂੰ ਦੱਸ ਸਕਾਂ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ। ਤੇ ਮੈਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਕਿ ਚਾਚੀ ਦੀਆਂ ਅਜ਼ਮਾਇਸ਼ਾਂ ਪਹਿਲਾਂ ਹੀ ਘੱਟ ਨਹੀਂ ਸੀ ਤੇ ਕੁੜੀ ਦੀ ਵਜ੍ਹਾ ਨਾਲ ਉਹਨਾਂ ਦੀ ਮੁਸੀਬਤ 2 ਗੁਣਾ ਵੱਧ ਗਈ ਸੀ। ਤੇ ਚਾਚੀ ਬਿਲਕੁਲ ਹੀ ਇੱਕ ਅਲੱਗ ਕਮਰੇ ਵਿੱਚ ਰਹਿੰਦੀ ਸੀ, ਜਦ ਕਿ ਘਰ ਦੇ ਬਾਕੀ ਲੋਕ ਇੱਕ ਜਗ੍ਹਾ ਹੀ ਖਾਂਦੇ ਪੀਂਦੇ ਉੱਠਦੇ ਬੈਠਦੇ ਸੀ। ਪਰ ਜਦੋਂ ਚਾਚਾ ਜੀ ਚਾਹੁੰਦੇ ਉਦੋਂ ਚਾਚੀ ਨੂੰ ਉਹਨਾਂ ਦੇ ਕਮਰੇ ਵਿੱਚ ਜਾਣਾ ਪੈਂਦਾ ਸੀ। ਮੇਰੇ ਚਾਚਾ ਜੀ ਅਕਸਰ ਆਪਣੀ ਮਾਂ ਨੂੰ ਕਹਿੰਦੇ, ਇਹ ਕੀ ਚੀਜ਼ ਵਿਆਹ ਕੇ ਲਿਆਈਆਂ, ਇਹ ਤਾਂ ਮੈਨੂੰ ਖੁਸ਼ ਨਹੀਂ ਰੱਖ ਸਕਦੀ, ਇਸ ਨੂੰ ਤਾਂ ਖੁਸ਼ ਰੱਖਣਾ ਹੀ ਨਹੀਂ ਆਉਂਦਾ। ਅਸਲ ਵਿੱਚ ਮੇਰੇ ਚਾਚਾ ਜੀ ਦਾ ਤਾਲੁਕ ਬਾਜ਼ਾਰੂ ਔਰਤਾਂ ਦੇ ਨਾਲ ਵੀ ਸੀ ਤੇ ਉਹ ਚਾਚੀ ਨੂੰ ਵੀ ਹਰ ਸਮੇਂ ਉੱਦਾਂ ਹੀ ਸੱਜੀ ਸਵਰੀ ਵੇਖਣਾ ਚਾਹੁੰਦੇ ਸੀ। ਚਾਚਾ ਜੀ ਦੀ ਖੁਸ਼ੀ ਦੇ ਲਈ ਹਲਕਾ ਫੁਲਕਾ ਮੇਕਅਪ ਕਰ ਲੈਂਦੀ ਤਾਂ ਦਾਦੀ ਦੇ ਤਾਨੇ ਮਿਹਣੇ ਖਤਮ ਹੋਣ ਦਾ ਨਾਮ ਹੀ ਨਾ ਲੈਂਦੇ। ਮੇਰੇ ਚਾਚਾ ਜੋ ਚਾਚੀ ਦੇ ਨਾਲ ਉੱਚੀ ਉੱਚੀ ਬੇਸ਼ਰਮੀ ਦੇ ਨਾਲ ਬੋਲਦੇ ਤੇ ਕਹਿੰਦੇ ਕਿ ਤੇਰੇ ਤੋਂ ਚੰਗੀਆਂ ਤਾਂ ਬਾਜ਼ਾਰੂ ਔਰਤਾਂ ਨੇ, ਉਹ ਪੈਸੇ ਤੇ ਲੈਂਦੀਆਂ ਨੇ ਪਰ ਦਿਲ ਖੁਸ਼ ਕਰ ਦਿੰਦੀਆਂ ਨੇ। ਉਦੋਂ ਚਾਚੀ ਕਹਿੰਦੀ ਕਿ ਜੋ ਤੁਸੀਂ ਕਹਿੰਦੇ ਹੋ ਉਹ ਸਭ ਮੇਰੇ ਤੋਂ ਨਹੀਂ ਹੁੰਦਾ। ਉਹਨਾਂ ਦੀ ਤਕਰਾਰ ਤੇ ਆਵਾਜ਼ ਕਮਰੇ ਤੋਂ ਬਾਹਰ ਵੀ ਆਉਂਦੀ ਸੀ। ਦਾਦੀ ਅਕਸਰ ਕੰਨ ਲਾ ਕੇ ਸੁਣਦੀ ਸੀ ਤੇ ਮੈਂ ਵੀ ਇੱਦਾਂ ਹੀ ਕਰੀਬ ਹੀ ਰਹਿੰਦੀ ਸੀ, ਪਰ ਕਈ ਵਾਰ ਉਹ ਮੈਨੂੰ ਝਿੜਕ ਕੇ ਭਜਾ ਦਿੰਦੀ ਸੀ। ਮੈਨੂੰ ਹਲਕਾ ਹਲਕਾ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਚਾਚੀ ਦੇ ਨਾਲ ਇਸ ਕਮਰੇ ਵਿੱਚ ਕੁਝ ਚੰਗਾ ਨਹੀਂ ਹੋ ਰਿਹਾ, ਕੁਝ ਤਾਂ ਗਲਤ ਉਹਨਾਂ ਦੇ ਨਾਲ ਹੁੰਦਾ ਹੈ। ਜਦੋਂ ਉਹ ਇਸ ਕਮਰੇ 'ਚੋਂ ਬਾਹਰ ਨਿਕਲਦੀ ਤਾਂ ਉਹਨਾਂ ਦੀ ਹਾਲਤ ਕਿਸੇ ਉੱਜੜੀ ਹੋਈ ਵਿਧਵਾ ਦੇ ਵਾਂਗ ਹੋਈ ਹੁੰਦੀ। ਬਸ ਮੈਂ ਆਪਣੀ ਚਾਚੀ ਨੂੰ ਰੋਂਦੇ ਧੋਂਦੇ ਹੀ ਵੇਖਿਆ ਸੀ। ਸਾਡੇ ਘਰ ਦਾ ਅਜੀਬ ਜਿਹਾ ਘੁਟਨ ਭਰਿਆ ਮਾਹੌਲ ਸੀ। ਕਦੀ ਕਦੀ ਤਾਂ ਇੱਦਾਂ ਲੱਗਦਾ ਜਿੱਦਾਂ ਸਾਹ ਲੈਣ 'ਤੇ ਵੀ ਕੋਈ ਸਜ਼ਾ ਮਿਲ ਜਾਵੇਗੀ। ਮੈਂ 7ਵੀਂ ਜਮਾਤ ਵਿੱਚ ਸੀ ਜਦੋਂ ਚਾਚੀ ਫਿਰ ਤੋਂ ਮਾਂ ਬਣਨ ਵਾਲੀ ਸੀ। ਚਾਚੀ ਦਾ ਖਿਆਲ ਰੱਖਣ ਦੀ ਬਜਾਏ ਦਾਦੀ ਨੇ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਇਸ ਵਾਰ ਲੜਕਾ ਨਾ ਹੋਇਆ ਤਾਂ ਤੇਰਾ ਤਲਾਕ ਪੱਕਾ ਆ। ਦਾਦੀ ਦੇ ਇਹ ਅਲਫਾਜ਼ ਮੇਰਾ ਦਿਲ ਚੀਰ ਗਏ। ਨਾ ਜਾਣੇ ਇਸ ਹਾਲਤ ਵਿੱਚ ਚਾਚੀ ਦੇ ਉੱਪਰ ਕੀ ਬੀਤੀ ਹੋਵੇਗੀ। ਚਾਚੀ ਹਰ ਸਮੇਂ ਕੋਈ ਨਾ ਕੋਈ ਟੋਟਕਾ ਕਰਦੀ ਰਹਿੰਦੀ ਸੀ ਕਿ ਸ਼ਾਇਦ ਇਸ ਵਾਰ ਉਹਨਾਂ ਦਾ ਮੁਕੱਦਰ ਬਦਲ ਜਾਵੇ ਤੇ ਉਹ ਬੇਟੇ ਦੀ ਮਾਂ ਬਣ ਜਾਵੇ। ਚਾਚੀ ਨੂੰ ਕੋਈ ਬਾਬਾ ਤਵੀਤ ਵਗੈਰਾ ਦੱਸਦਾ ਤਾਂ ਉਹ ਤੁਰੰਤ ਉੱਥੇ ਹੀ ਚਲੀ ਜਾਂਦੀ। ਹਜੇ ਉਹਨਾਂ ਨੂੰ ਦੂਸਰਾ ਹੀ ਮਹੀਨਾ ਲੱਗਾ ਸੀ, ਪਰ ਉਹ ਇਸ ਕਦਰ ਕਮਜ਼ੋਰ ਲੱਗ ਰਹੀ ਸੀ ਕਿ ਜੇਕਰ ਹਵਾ ਵੀ ਚੱਲੇ ਤਾਂ ਉਹ ਡਿੱਗ ਜਾਵੇ। ਉਹਨਾਂ ਦੀ ਖੁਰਾਕ ਤੇ ਖਾਣ ਪੀਣ ਦਾ ਕੋਈ ਵੀ ਧਿਆਨ ਨਹੀਂ ਰੱਖਦਾ ਸੀ। ਮੈਂ ਉਹਨਾਂ ਦੇ ਹਾਲ ਨੂੰ ਦੇਖ ਕੇ ਦੱਬੀ ਆਵਾਜ਼ ਵਿੱਚ ਚਾਚੀ ਨੂੰ ਕਿਹਾ ਕਿ ਉਹ ਡਾਕਟਰ ਦੇ ਕੋਲ ਜਾਣ, ਸ਼ਾਇਦ ਉਹ ਕੋਈ ਤਾਕਤ ਦੀ ਦਵਾਈ ਦੇਣ ਜਿਸ ਨਾਲ ਉਹਨਾਂ ਦੀ ਸਿਹਤ ਵਿੱਚ ਫਰਕ ਪੈ ਜਾਵੇ। ਪਰ ਚਾਚੀ ਮੇਰੇ ਵੱਲ ਉਦਾਸੀ ਭਰੀਆਂ ਨਜ਼ਰਾਂ ਨਾਲ ਵੇਖਦੀ, ਕਿਉਂਕਿ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਨਾ ਪੈਸਾ, ਨਾ ਪਤੀ ਦੀ ਮੁਹੱਬਤ, ਉੱਤੋਂ ਘਰ ਦਾ ਬੋਝ ਵੀ ਉਹਨਾਂ ਨੂੰ ਅਲੱਗ ਹੀ ਪਰੇਸ਼ਾਨੀ ਵਿੱਚ ਰੱਖਦਾ ਸੀ। ਜਿੱਥੋਂ ਤੱਕ ਹੋ ਸਕਦਾ ਮੈਂ ਚਾਚੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਈ। ਹਾਲਾਂਕਿ ਮੈਂ ਬਹੁਤ ਛੋਟੀ ਸੀ, ਪਰ ਚਾਚੀ ਮੈਨੂੰ ਮੇਰੇ ਤੋਂ ਵੀ ਜ਼ਿਆਦਾ ਬੇਬਸ ਲੱਗਦੀ ਸੀ। ਅੱਜ ਵੀ ਉਹਨਾਂ ਨੂੰ ਕਿਸੇ ਔਰਤ ਨੇ ਕਿਹਾ ਸੀ ਕਿ ਜੇਕਰ ਉਹ ਫਲਾਣੀ ਜਗ੍ਹਾ 'ਤੇ ਜਾ ਕੇ ਮੱਥਾ ਟੇਕੇ ਤਾਂ ਯਕੀਨਨ ਬੇਟਾ ਪੈਦਾ ਹੋਵੇਗਾ, ਤੇ ਉਹਨਾਂ ਨੂੰ ਦੱਸਣ ਵਾਲੀ ਔਰਤ ਸੀ ਜੋ ਖੁਦ ਬੇਔਲਾਦ ਸੀ। ਚਾਚੀ ਵੀ ਇਹਨਾਂ ਔਰਤਾਂ ਦੀਆਂ ਗੱਲਾਂ ਵਿੱਚ ਆ ਕੇ ਇਹ ਭੁੱਲ ਬੈਠੀ ਸੀ ਕਿ ਔਲਾਦ ਦੇਣ ਵਾਲਾ ਤਾਂ ਸਿਰਫ ਉਹ ਪਰਮਾਤਮਾ ਆ, ਕਿਉਂਕਿ ਉਸ ਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ। ਚਾਚੀ ਨੂੰ 7ਵਾਂ ਮਹੀਨਾ ਲੱਗ ਗਿਆ ਸੀ ਕਿ ਦਾਦੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੱਕ ਵਾਰ ਚੈੱਕ ਕਰਵਾਇਆ ਜਾਏ ਕਿ ਇਸ ਦੇ ਪੇਟ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ। ਇਹ ਗੱਲ ਦਾਦੀ ਨੇ 5ਵੇਂ ਮਹੀਨੇ ਵਿੱਚ ਕਹਿਣੀ ਸ਼ੁਰੂ ਕਰ ਦਿੱਤੀ ਸੀ, ਪਰ ਉਸ ਸਮੇਂ ਚਾਚੀ ਨੇ ਉਹਨਾਂ ਦੀ ਗੱਲ ਇੱਕ ਕੰਨ ਵਿੱਚ ਪਾ ਤੇ ਦੂਜੇ ਕੰਨ ਤੋਂ ਕੱਢ ਦਿੱਤੀ ਸੀ। ਚਾਚਾ ਜੀ ਨੇ ਵੀ ਕੋਈ ਬਹੁਤਾ ਧਿਆਨ ਨਾ ਦਿੱਤਾ ਤਾਂ ਚਾਚੀ ਨੇ ਵੀ ਰੱਬ ਦਾ ਸ਼ੁਕਰ ਕੀਤਾ ਸੀ,
ਪਰ ਦਾਦੀ ਨੇ ਵੀ ਜਦੋਂ ਉੱਠਦੇ ਬੈਠਦੇ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਚਾਚਾ ਜੀ ਵੀ ਧਿਆਨ ਦੇਣ ਲੱਗ ਪਏ ਕਿ ਵਾਕਈ ਪੈਦਾਇਸ਼ ਤੋਂ ਪਹਿਲਾਂ ਪਤਾ ਹੋਣਾ ਜ਼ਰੂਰੀ ਆ ਕਿ ਹੋਣ ਵਾਲੀ ਔਲਾਦ ਲੜਕਾ ਹੈ ਜਾਂ ਲੜਕੀ। ਚਾਚੀ ਬਹੁਤ ਡਰ ਗਈ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਔਲਾਦ ਦਾ ਪਤਾ ਵਕਤ ਤੋਂ ਪਹਿਲਾਂ ਲੱਗ ਗਿਆ ਤੇ ਜੇਕਰ ਬੇਟੀ ਹੋਈ ਤਾਂ ਚਾਚਾ ਜੀ ਤਾਂ ਇਸ ਬੱਚੇ ਦੀ ਸਫਾਈ ਕਰਵਾ ਦੇਣਗੇ ਜਾਂ ਫਿਰ ਪੈਦਾ ਹੁੰਦੇ ਹੀ ਚਾਚੀ ਨੂੰ ਤਲਾਕ ਦੇ ਕੇ ਘਰੋਂ ਕੱਢ ਦੇਣਗੇ। ਉਸ ਤੋਂ ਬਾਅਦ ਉਹ ਕਿੱਥੇ ਜਾਣਗੇ? ਉਹਨਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ। ਉਹਨਾਂ ਦੇ ਪੇਕੇ ਘਰ ਇੱਕ ਭਰਾ ਹੀ ਸੀ ਜੋ ਪਹਿਲਾਂ ਹੀ ਉਹਨਾਂ ਤੋਂ ਮੂੰਹ ਮੋੜ ਚੁੱਕਿਆ ਸੀ ਤੇ ਆਪਣੀ ਪਤਨੀ ਦੇ ਮਗਰ ਲੱਗ ਕੇ ਆਪਣੇ ਬਿਮਾਰ ਮਾਂ-ਬਾਪ ਨੂੰ ਛੱਡ ਕੇ ਅਲੱਗ ਰਹਿਣ ਲੱਗ ਪਿਆ ਸੀ। ਚਾਚੀ ਦੇ ਲਈ ਆਪਣੇ ਬਿਮਾਰ ਮਾਂ-ਬਾਪ ਦੀ ਜ਼ਿੰਮੇਵਾਰੀ ਚੁੱਕਣਾ ਆਸਾਨ ਕੰਮ ਨਹੀਂ ਸੀ। ਉਹਨਾਂ ਦਾ ਪੇਕਾ ਘਰ ਸਹੁਰਿਆਂ ਦੇ ਸ਼ਹਿਰ ਤੋਂ ਦੂਰ ਸੀ। ਆਉਣ ਜਾਣ ਦੇ ਲਈ ਕਿਰਾਇਆ ਨਹੀਂ ਮਿਲਦਾ ਸੀ। ਚਾਚੀ ਆਪਣੇ ਮਾਂ-ਬਾਪ ਦੇ ਘਰ ਪੈਦਲ ਹੀ ਤੁਰ ਕੇ ਜਾਂਦੀ ਸੀ। ਮੇਰੇ ਚਾਚਾ ਜੀ ਨੂੰ ਤਾਂ ਉਹਨਾਂ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ। ਉਹਨਾਂ ਦਾ ਪੇਕੇ ਜਾਣਾ ਵੀ ਉਹਨਾਂ ਦੀ ਸੱਸ ਦੇ ਖਟਕਣ ਲੱਗ ਪਿਆ ਸੀ ਤੇ ਉਹ ਗੱਲ-ਗੱਲ 'ਤੇ ਚਾਚੀ ਦੇ ਨਾਲ ਲੜਨ ਲੱਗ ਪਈ ਸੀ ਕਿ ਘਰ ਦੇ ਕੰਮਾਂ ਤੋਂ ਬਚਣ ਦਾ ਇੱਕ ਚੰਗਾ ਬਹਾਨਾ ਲੱਭਿਆ ਆ। ਜਦੋਂ ਚਾਚੀ ਤੰਗ ਆ ਕੇ ਦਾਦੀ ਨੂੰ ਕੋਈ ਜਵਾਬ ਦਿੰਦੀ ਤਾਂ ਦਾਦੀ ਵਧਾ ਚੜਾ ਕੇ ਚਾਚਾ ਜੀ ਨੂੰ ਦੱਸ ਦਿੰਦੀ ਤੇ ਇੱਦਾਂ ਚਾਚੀ ਦੀ ਸ਼ਾਮਤ ਆ ਜਾਂਦੀ। ਉਹ ਆਪਣੇ ਪਤੀ ਦੇ ਕੋਲੋਂ ਕੁੱਟ ਵੀ ਖਾਂਦੀ ਤੇ ਆਪਣੇ ਮਾਂ-ਬਾਪ ਦੇ ਕੋਲ ਜਾ ਕੇ ਉਹਨਾਂ ਦੀ ਖਿਦਮਤ ਵੀ ਕਰਦੀ ਤੇ ਵਾਪਸ ਆ ਕੇ ਘਰ ਦੇ ਸਾਰੇ ਕੰਮ ਵੀ ਸੰਭਾਲਦੀ। ਪਰ ਇਸ ਦੇ ਬਾਵਜੂਦ ਵੀ ਉਹਨਾਂ ਦੀ ਕੁਰਬਾਨੀ ਦਾ ਕੋਈ ਸਿਲਾ ਨਹੀਂ ਸੀ। ਆਪਣੇ ਮਾਂ-ਬਾਪ ਦੀਆਂ ਬੇਹਿਸਾਬੀਆਂ ਦੁਆਵਾਂ ਲੈਣ ਦੇ ਬਾਵਜੂਦ ਵੀ ਕੋਈ ਵੀ ਦੁਆ ਉਹਨਾਂ ਨੂੰ ਨਾ ਲੱਗੀ। ਬਸ ਉਹਨਾਂ ਦੀਆਂ ਮੁਸ਼ਕਲਾਂ ਇੰਨੀਆਂ ਕੁ ਆਸਾਨ ਹੋ ਗਈਆਂ ਕਿ ਇਸ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਦੇ ਮਾਂ-ਬਾਪ ਚਾਚੀ ਦੇ ਉੱਪਰ ਜ਼ਿਆਦਾ ਦੇਰ ਬੋਝ ਨਾ ਬਣ ਸਕੇ ਤੇ ਜਲਦੀ ਹੀ ਉਹ ਰੱਬ ਨੂੰ ਪਿਆਰੇ ਹੋ ਗਏ। ਮੇਰੀ ਚਾਚੀ ਦੇ ਦਿਲ 'ਤੇ ਇਸ ਗੱਲ ਦਾ ਬੋਝ ਨਹੀਂ ਸੀ ਕਿ ਉਹ ਆਪਣੇ ਭਰਾ ਦੀ ਤਰ੍ਹਾਂ ਆਪਣੇ ਮਾਂ-ਬਾਪ ਦੇ ਲਈ ਕੁਝ ਵੀ ਨਾ ਕਰ ਸਕੀ। ਦਰਅਸਲ ਪੇਕਾ ਹਰ ਲੜਕੀ ਨੂੰ ਪਿਆਰਾ ਹੁੰਦਾ ਹੈ, ਜਿੱਥੇ ਉਹ ਕੁਝ ਪਲਾਂ ਦੇ ਲਈ ਆਪਣੇ ਸਾਰੇ ਗਮ ਭੁਲਾ ਕੇ 2 ਘੜੀ ਸੁੱਖ ਦਾ ਸਾਹ ਲੈ ਸਕੇ। ਤੇ ਇਹ ਪੇਕੇ ਵੀ ਸਿਰਫ ਮਾਂ-ਬਾਪ ਦੇ ਨਾਲ ਹੀ ਹੁੰਦੇ ਨੇ। ਬਾਕੀ ਭੈਣ ਭਰਾਵਾਂ ਦੇ ਨਾਲ ਰਿਸ਼ਤੇ ਹਾਲਾਤ ਦੇ ਨਾਲ ਤਬਦੀਲ ਹੋ ਜਾਂਦੇ ਨੇ ਜਾਂ ਖਤਮ ਹੀ ਹੋ ਜਾਂਦੇ ਨੇ ਤੇ ਇਹ ਇਸ ਦੌਰ ਦੀ ਕੜਵੀ ਸੱਚਾਈ। ਇਸੇ ਤਰ੍ਹਾਂ ਚਾਚੀ ਦਾ ਆਪਣੇ ਭਰਾ ਦੇ ਨਾਲ ਰਿਸ਼ਤਾ ਬਸ ਨਾਮ ਦਾ ਹੀ ਸੀ ਤੇ ਹੁਣ ਤਾਂ ਬਦਕਿਸਮਤੀ ਦੇ ਨਾਲ ਚਾਚੀ ਦੇ ਪੇਕੇ ਵੀ ਖਤਮ ਹੋ ਗਏ ਸੀ। ਹੁਣ ਤਾਂ ਚਾਚੀ ਨੂੰ ਉੱਠਦੇ ਬੈਠਦੇ ਬਸ ਇੱਕ ਹੀ ਗੱਲ ਦੀ ਪਰੇਸ਼ਾਨੀ ਸੀ ਕਿ ਜੇਕਰ ਬੇਟੀ ਪੈਦਾ ਹੋ ਗਈ ਤਾਂ ਉਹਨਾਂ ਦੀ ਇਸ ਘਰ ਵਿੱਚ ਕੋਈ ਵੀ ਜਗ੍ਹਾ ਨਹੀਂ ਰਹੇਗੀ। ਉਹ ਕਿੱਥੇ ਜਾਣਗੇ ਤੇ ਨਾ ਹੀ ਇੱਦਾਂ ਦਾ ਕੋਈ ਟਿਕਾਣਾ ਜਾਣਦੀ ਸੀ ਜਿੱਥੇ ਉਹ ਕੁਝ ਇੱਜ਼ਤ ਦੇ ਪਲ ਗੁਜ਼ਾਰ ਸਕਦੀ। ਚਾਚੀ ਇੰਨੀ ਪੜ੍ਹੀ ਲਿਖੀ ਵੀ ਨਹੀਂ ਸੀ ਕਿ ਜੇਕਰ ਨੌਕਰੀ ਕਰਕੇ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ। ਕੋਈ ਵੀ ਰਸਤਾ ਉਹਨਾਂ ਨੂੰ ਵਿਖਾਈ ਨਹੀਂ ਦੇ ਰਿਹਾ ਸੀ। ਇੱਦਾਂ ਲੱਗਦਾ ਸੀ ਕਿ ਜਿੱਦਾਂ ਉਹ ਬੰਦ ਗਲੀ ਵਿੱਚ ਆ ਕੇ ਖੜੀ ਹੋ ਗਈ ਹੋਵੇ। ਹੁਣ ਰੋਜ਼ ਸਵੇਰੇ ਹੀ ਚਾਚੀ ਤੇ ਦਾਦੀ ਦੇ ਵਿਚਕਾਰ ਝਗੜੇ ਹੋਣ ਲੱਗਦੇ। ਇੱਕ ਦਿਨ ਚਾਚਾ ਜੀ ਕੰਮ ਤੋਂ ਜਲਦੀ ਆ ਗਏ ਤਾਂ ਦਾਦੀ ਨੇ ਪੋਤੇ ਨੂੰ ਲੈ ਕੇ ਘਰ ਵਿੱਚ ਹੰਗਾਮਾ ਖੜਾ ਕਰ ਦਿੱਤਾ। ਚਾਚਾ ਜੀ ਜੋ ਜਜ਼ਬਾਤੀ ਤੇ ਕੰਨ ਦੇ ਕੱਚੇ ਸੀ, ਦਾਦੀ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਗਏ ਤੇ ਚਾਚੀ ਦੇ ਕੋਲੋਂ ਪੁੱਛਿਆ ਕਿ ਆਖਿਰ ਕਦੋਂ ਤੋਂ ਮੇਰੀ ਮਾਂ ਤੈਨੂੰ ਹਸਪੀਟਲ ਜਾਣ ਦਾ ਕਹਿ ਰਹੀ ਆ, ਤੂੰ ਜਾਂਦੀ ਕਿਉਂ ਨਹੀਂ? ਫਿਰ ਚਾਚੀ ਕਹਿਣ ਲੱਗੀ ਇਸ ਹਾਲਤ ਵਿੱਚ ਹਸਪੀਟਲ ਜਾਣਾ ਆਸਾਨ ਨਹੀਂ ਆ। ਫਿਰ ਚਾਚਾ ਜੀ ਗੁੱਸੇ ਵਿੱਚ ਕਹਿਣ ਲੱਗੇ ਸਾਰੀਆਂ ਔਰਤਾਂ ਬੱਚੇ ਪੈਦਾ ਕਰਦੀਆਂ ਨੇ, ਤੂੰ ਕੋਈ ਅਨੋਖਾ ਬੱਚਾ ਤਾਂ ਨਹੀਂ ਜੰਮ ਰਹੀ? ਚਾਚੀ ਨੇ ਕਿਹਾ ਦਰਅਸਲ ਮੇਰੀ ਤਬੀਅਤ ਕੁਝ ਠੀਕ ਨਹੀਂ ਆ, ਕੁਝ ਦਿਨਾਂ ਬਾਅਦ ਚਲ ਜਾਵਾਂਗੀ। ਚਾਚੀ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਇਹ ਗੱਲ ਟਲ ਜਾਵੇ ਪਰ ਚਾਚਾ ਜੀ ਅੱਜ ਗੱਲ ਟਾਲਣ ਦੇ ਮੂਡ ਵਿੱਚ ਨਹੀਂ ਸੀ। ਸ਼ਾਮ ਨੂੰ ਤਿਆਰ ਰਹਿਣਾ, ਮੈਂ ਤੈਨੂੰ ਖੁਦ ਲੈ ਕੇ ਜਾਵਾਂਗਾ। ਚਾਚੀ ਕਹਿਣ ਹੀ ਲੱਗੀ ਸੀ ਕਿ ਚਾਚਾ ਜੀ ਨੇ ਚਾਚੀ ਨੂੰ ਉੱਥੇ ਹੀ ਚੁੱਪ ਕਰਵਾ ਦਿੱਤਾ ਤੇ ਖੁਦ ਘਰੋਂ ਬਾਹਰ ਚਲ ਗਏ। ਦਾਦੀ ਦੇ ਚਿਹਰੇ 'ਤੇ ਇੱਕ ਮੁਸਕਾਨ ਸੀ ਜਦ ਕਿ ਚਾਚੀ ਦੇ ਚਿਹਰੇ ਦਾ ਰੰਗ ਫਿਕਰ ਦੇ ਨਾਲ ਉੱਡ ਗਿਆ ਸੀ। ਉਤਰਿਆ ਹੋਇਆ ਚਿਹਰਾ ਲੈ ਕੇ ਉਹ ਕਮਰੇ ਵਿੱਚ ਆਈ ਤੇ ਸਿਰ ਫੜ ਕੇ ਬੈਠ ਗਈ। ਮੈਂ ਚੁੱਪਚਾਪ ਚਾਚੀ ਦੇ ਕੋਲ ਆ ਕੇ ਖੜੀ ਹੋ ਗਈ।
ਉਹ ਖਾਲੀ ਖਾਲੀ ਨਜ਼ਰਾਂ ਦੇ ਨਾਲ ਮੈਨੂੰ ਦੇਖਣ ਲੱਗ ਪਈ। ਆਪਣੀ ਕੁੜੀ ਨੂੰ ਰੋਂਦਾ ਵੇਖ ਮੇਰੀ ਚਾਚੀ ਬੋਲੀ, ਬੇਟੀਆਂ ਤਾਂ ਬਹੁਤ ਪਿਆਰੀਆਂ ਹੁੰਦੀਆਂ ਨੇ, ਇਹਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਕਦੀ ਵੀ ਘਬਰਾਉਂਦੀਆਂ ਨਹੀਂ, ਪਰ ਇਹ ਦੁਨੀਆ ਸਾਨੂੰ ਜੀਣ ਨਹੀਂ ਦਿੰਦੀ। ਸ਼ਾਇਦ ਉਹ ਮੇਰੇ ਡਰ ਨੂੰ ਸਮਝ ਗਈ ਸੀ, ਇਸ ਕਰਕੇ ਉਹਨਾਂ ਨੇ ਆਪਣੀ ਕੁੜੀ ਦੇ ਸਿਰ 'ਤੇ ਹੱਥ ਫੇਰ ਕੇ ਮੇਰਾ ਮੱਥਾ ਚੁੰਮਿਆ ਸੀ ਅਤੇ ਫਿਰ ਮੈਨੂੰ ਆਪਣੇ ਸੀਨੇ ਦੇ ਨਾਲ ਲਗਾ ਕੇ ਅੱਖਾਂ ਬੰਦ ਕਰ ਲਈਆਂ ਸੀ, ਜਿੱਦਾਂ ਇੱਕ ਠੰਡਕ ਦਿਲ ਵਿੱਚ ਉਤਰ ਗਈ ਹੋਵੇ। ਚਾਚੀ ਕਹਿਣ ਲੱਗੀ, ਬੇਟੀ ਤੂੰ ਨਹੀਂ ਜਾਣਦੀ ਕਿ ਤੂੰ ਮੈਨੂੰ ਕਿੰਨੀ ਪਿਆਰੀ ਆ। ਉਹ ਭਰੀ ਆਵਾਜ਼ ਵਿੱਚ ਬੋਲੀ ਤਾਂ ਮੈਂ ਵੀ ਰੋਣ ਲੱਗ ਪਈ। ਫਿਰ ਉਹਨਾਂ ਨੇ ਕੁੜੀ ਨੂੰ ਆਪਣੇ ਤੋਂ ਅਲੱਗ ਕੀਤਾ ਤੇ ਤਸੱਲੀ ਦਿੰਦੇ ਹੋਏ ਕਿਹਾ, ਤੂੰ ਬਹੁਤ ਜ਼ਿਆਦਾ ਪੜ੍ਹਾਈ ਕਰਨਾ ਤੇ ਆਪਣੇ ਪੈਰਾਂ 'ਤੇ ਖੜਾ ਹੋਣਾ ਤਾਂ ਕਿ ਕੱਲ੍ਹ ਨੂੰ ਤੇਰੇ ਕੋਲੋਂ ਕੋਈ ਤੇਰਾ ਅਸਮਾਨ ਨਾ ਖੋ ਸਕੇ, ਤੇ ਨਾ ਹੀ ਇਸ ਡਰ ਦੇ ਨਾਲ ਜ਼ਿੰਦਗੀ ਗੁਜ਼ਾਰਨਾ ਕਿ ਜੇਕਰ ਤੈਨੂੰ ਕੋਈ ਘਰੋਂ ਕੱਢ ਦਵੇ ਤਾਂ ਤੂੰ ਕਿੱਥੇ ਜਾਵੇਂਗੀ। ਹਾਲਾਤ ਜਿੱਦਾਂ ਦੇ ਵੀ ਹੋਣ ਤੂੰ ਪੜ੍ਹਾਈ ਨਹੀਂ ਛੱਡਣੀ। ਫਿਰ ਸ਼ਾਮ ਨੂੰ ਚਾਚੀ ਨੂੰ ਲੈ ਕੇ ਦਾਦੀ ਤੇ ਚਾਚਾ ਜੀ ਹੌਸਪੀਟਲ ਚਲੇ ਗਏ। ਮੈਂ ਰੱਬ ਅੱਗੇ ਚਾਚੀ ਦੇ ਵਾਸਤੇ ਅਰਦਾਸ ਕਰਨ ਲੱਗ ਪਈ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿੱਦਾਂ ਉਹ ਸਜ਼ਾਏ ਮੌਤ ਦੇ ਕੈਦੀ ਦੇ ਵਾਂਗ ਚੱਲ ਰਹੀ ਹੋਵੇ। ਚਾਚੀ ਦੀ ਕਮਜ਼ੋਰੀ ਤਾਂ ਚੀਕ ਚੀਕ ਕੇ ਕਹਿ ਰਹੀ ਸੀ ਕਿ ਉਹਨਾਂ ਦਾ ਇਸ ਮੌਕੇ 'ਤੇ ਖਿਆਲ ਰੱਖਿਆ ਜਾਵੇ, ਪਰ ਦਾਦੀ ਤੇ ਚਾਚਾ ਜੀ ਦੇ ਰੁੱਖੇ ਜਿਹੇ ਸਲੂਕ ਅਤੇ ਬੇਟੇ ਦੀ ਚਾਹਤ ਨੇ ਇੱਕ ਜਿੰਦੀ ਜਾਗਦੀ ਔਰਤ ਨੂੰ ਅੱਧ ਮਰਿਆ ਕਰ ਛੱਡਿਆ ਸੀ। ਰਾਤ ਨੂੰ 9 ਵਜੇ ਦਰਵਾਜ਼ਾ ਖੜਕਿਆ ਤਾਂ ਮੈਂ ਬਾਹਰ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਚਾਚਾ ਜੀ ਤੇਜ਼ੀ ਨਾਲ ਅੰਦਰ ਦਾਖਲ ਹੋਏ ਤੇ ਆਪਣੇ ਕਮਰੇ ਵਿੱਚ ਦਾਖਲ ਹੋ ਗਏ ਤੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ। ਦਾਦੀ ਵੀ ਪੈਰ ਜ਼ੋਰ ਦੀ ਮਾਰਦੀ ਹੋਈ ਘਰ ਦੇ ਅੰਦਰ ਦਾਖਲ ਹੋਈ, ਆਪਣੇ ਦੁਪੱਟੇ ਨੂੰ ਲਾ ਕੇ ਮੰਜੇ 'ਤੇ ਸੁੱਟ ਦਿੱਤਾ ਤੇ ਫਿਰ ਹੱਥ ਮਲਦੀ ਹੋਈ ਕੁਝ ਬੁੜ ਕਰਨ ਲੱਗ ਪਈ। ਫਿਰ ਮੈਂ ਚਾਚੀ ਨੂੰ ਅੰਦਰ ਦਾਖਲ ਹੁੰਦੇ ਹੋਏ ਵੇਖਿਆ, ਜੋ ਕਿਸੇ ਮੁਜਰਮ ਦੀ ਤਰ੍ਹਾਂ ਸਿਰ ਝੁਕਾਏ ਅੰਦਰ ਦਾਖਲ ਹੋਈ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਵੱਲ ਚੱਲ ਗਏ। ਘਰ ਵਿੱਚ ਅਜੀਬ ਹੀ ਸਨਾਟਾ ਸੀ। ਚਾਚੀ ਦੀ ਹਾਲਤ ਬਹੁਤ ਬੁਰੀ ਸੀ। ਉਹਨਾਂ ਨੇ ਸਵੇਰ ਦੀ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾਧੀ ਸੀ। ਮੈਂ ਰਸੋਈ ਵਿੱਚੋਂ ਚਾਚੀ ਦੇ ਵਾਸਤੇ ਕੁਝ ਲੈਣ ਦੇ ਲਈ ਗਈ ਤਾਂ ਦਾਦੀ ਰਸੋਈ ਵਿੱਚ ਬੈਠ ਕੇ ਚੋਰੀ ਰੋਟੀ ਖਾ ਰਹੀ ਸੀ। ਮੈਨੂੰ ਵੇਖ ਕੇ ਤੁਰੰਤ ਹੀ ਮੈਨੂੰ ਰਸੋਈ ਵਿੱਚੋਂ ਕੱਢ ਦਿੱਤਾ। ਮੈਂ ਵੀ ਢੀਠ ਬਣ ਕੇ ਖੜੀ ਰਹੀ। ਮੈਂ ਅੰਬ ਦਾ ਅਚਾਰ ਤੇ ਦੁਪਹਿਰ ਦੀ ਪਈ ਹੋਈ ਰੋਟੀ ਚੁੱਕ ਕੇ ਰਸੋਈ 'ਚੋਂ ਬਾਹਰ ਆਉਣ ਲੱਗੀ ਤਾਂ ਦਾਦੀ ਮੇਰੇ ਸਾਹਮਣੇ ਆ ਗਈ ਤੇ ਕਹਿਣ ਲੱਗੀ, ਇੰਨੀ ਮਹਿਮਾਨ ਨਵਾਜੀ ਕਿਸ ਦੇ ਵਾਸਤੇ ਹੋ ਰਹੀ ਆ? ਮੈਂ ਕਿਹਾ, ਚਾਚੀ ਦੇ ਵਾਸਤੇ ਖਾਣਾ ਲੈ ਕੇ ਜਾ ਰਹੀ ਹਾਂ, ਉਹ ਸਵੇਰ ਤੋਂ ਭੁੱਖੀ ਆ। ਦਾਦੀ ਗੁੱਸੇ ਨਾਲ ਕਹਿਣ ਲੱਗੀ, ਬਸ ਤੇਰੀ ਚਾਚੀ ਹੀ ਖਾਣ ਦੀ ਹੱਕਦਾਰ ਆ, ਇਸ ਘਰ ਨੂੰ ਵਾਰਿਸ ਤਾਂ ਦੇ ਨਹੀਂ ਸਕਦੀ। ਉਹਨੂੰ ਕਹੀ ਸਾਡੀਆਂ ਬੋਟੀਆਂ ਵੀ ਨੋਚ ਕੇ ਖਾ ਲੈ। ਫਿਰ ਮੈਂ ਜਲਦੀ ਚਾਚੀ ਦੇ ਕਮਰੇ ਵਿੱਚ ਆ ਗਈ। ਮੈਂ ਚਾਚੀ ਨੂੰ ਕਿਹਾ, ਚਾਚੀ ਖਾਣਾ ਖਾ ਲਓ। ਮੇਰੀ ਆਵਾਜ਼ ਸੁਣ ਕੇ ਉਹ ਉੱਠ ਕੇ ਬੈਠ ਗਈ। ਮੈਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਹਨਾਂ ਨੇ ਖਾਣਾ ਇੰਨੀ ਤੇਜ਼ੀ ਨਾਲ ਖ਼ਤਮ ਕੀਤਾ ਜਿੱਦਾਂ ਉਹਨਾਂ ਦੇ ਕੋਲੋਂ ਕੋਈ ਖਾਣਾ ਖੋਹ ਲਵੇਗਾ। ਇਹ ਮੰਜ਼ਰ ਮੇਰੇ ਵਾਸਤੇ ਬਹੁਤ ਹੈਰਾਨੀਜਨਕ ਸੀ। ਚਾਚੀ ਨੇ ਜਦੋਂ ਖਾਣਾ ਖਾ ਲਿਆ ਤਾਂ ਮੈਂ ਭਾਂਡੇ ਚੁੱਕ ਕੇ ਰਸੋਈ ਵਿੱਚ ਰੱਖ ਦਿੱਤੇ ਤੇ ਵਾਪਸ ਕਮਰੇ ਵਿੱਚ ਆ ਗਈ। ਚਾਚੀ ਲੇਟੀ ਹੋਈ ਸੀ, ਪਰ ਹੁਣ ਉਹਨਾਂ ਦੀਆਂ ਅੱਖਾਂ ਬੰਦ ਸੀ, ਜਿੱਦਾਂ ਉਹਨਾਂ ਦੇ ਢਿੱਡ ਦੀ ਭੁੱਖ ਪੂਰੀ ਹੋ ਗਈ ਹੋਵੇ। ਉਹਨਾਂ ਨੂੰ ਨੀਂਦ ਜਿਹੀ ਆ ਗਈ ਸੀ। ਮੈਂ ਬਿਨਾਂ ਰੌਲਾ ਪਾਏ ਆਪਣੇ ਮੰਜੇ 'ਤੇ ਬੈਠ ਗਈ ਤੇ ਉਹਨਾਂ ਨੂੰ ਦੇਖਦੀ ਰਹੀ। ਨੀਂਦ ਦਾ ਜ਼ੋਰ ਮੇਰੇ ਉੱਪਰ ਵੀ ਹੈਵੀ ਹੋ ਰਿਹਾ ਸੀ, ਇਸ ਕਰਕੇ ਮੈਂ ਵੀ ਸੌਂ ਗਈ। ਰਾਤ ਦਾ ਪਤਾ ਨਹੀਂ ਕਿਹੜਾ ਪੈਰ ਸੀ ਜਦੋਂ ਰੌਲੇ ਨਾਲ ਮੇਰੀ ਅੱਖ ਖੁੱਲ੍ਹ ਗਈ। ਚਾਚੀ ਦਰਦ ਦੇ ਨਾਲ ਨਿਢਾਲ ਸੀ। ਉਹਨਾਂ ਦੇ ਦਰਦ ਨੂੰ ਵੇਖਦੇ ਹੋਏ ਮੈਂ ਜਲਦੀ ਨਾਲ ਦਾਦੀ ਦੇ ਕਮਰੇ ਵਿੱਚ ਗਈ ਤੇ ਉਹਨਾਂ ਨੂੰ ਚਾਚੀ ਦੇ ਬਾਰੇ ਦੱਸਿਆ। ਉਦੋਂ ਦਾਦੀ ਇੱਕ ਔਰਤ ਹੋਣ ਦੇ ਨਾਤੇ ਮੇਰੀ ਚਾਚੀ ਦੇ ਦਰਦ ਨੂੰ ਸਮਝਣ ਦੀ ਬਜਾਏ ਮੇਰੇ ਉੱਪਰ ਉਲਟਾ ਗੁੱਸਾ ਕਰਨ ਲੱਗ ਪਈ ਕਿ ਮੈਂ ਉਹਨਾਂ ਦੀ ਨੀਂਦ ਖਰਾਬ ਕਰ ਦਿੱਤੀ ਆ। ਮੈਂ ਦਾਦੀ ਦਾ ਇਹ ਸਲੂਕ ਵੇਖ ਕੇ ਚੁੱਪ ਹੋ ਗਈ ਸੀ। ਫਿਰ ਮੈਂ ਜਲਦੀ ਨਾਲ ਚਾਚਾ ਜੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਦਰਵਾਜ਼ਾ ਖੋਲ੍ਹਣ ਦੀ ਬਜਾਏ ਉਹਨਾਂ ਨੇ ਖਿੜਕੀ ਤੋਂ ਹੀ ਪੁੱਛਿਆ ਕਿ ਕੀ ਗੱਲ ਆ। ਮੈਂ ਰੋਂਦੇ ਹੋਏ ਚਾਚੀ ਦੀ ਤਕਲੀਫ ਦੇ ਬਾਰੇ ਦੱਸਿਆ ਤਾਂ ਚਾਚਾ ਜੀ ਗੁੱਸੇ ਦੇ ਨਾਲ ਬੋਲੇ,
ਬਹੁਤ ਚਾਲਬਾਜ਼ ਆ ਤੇਰੀ ਚਾਚੀ। ਉਸ ਨੂੰ ਕੁਝ ਨਹੀਂ ਹੋਣਾ, ਉਹ ਇੰਨੀ ਜਲਦੀ ਮਰਨ ਵਾਲੀ ਨਹੀਂ ਆ। ਜਾ ਇੱਥੋਂ ਦਫਾ ਹੋ ਜਾ ਤੇ ਦੁਬਾਰਾ ਦਸਤਕ ਨਾ ਦੇਣਾ। ਮੈਂ ਰੋਂਦੀ ਹੋਈ ਚਾਚੀ ਦੇ ਕਮਰੇ ਵਿੱਚ ਆਈ ਤਾਂ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ। ਚਾਚੀ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਸੀ ਉਸ ਵਿੱਚ ਕੋਈ ਹਰਕਤ ਨਹੀਂ ਸੀ। ਉਹ ਮੇਰੀ ਭੈਣ ਸੀ, ਪਰ ਮਰ ਚੁੱਕੀ ਸੀ। ਮੈਂ ਚਾਚੀ ਦੇ ਵੱਲ ਵੇਖਿਆ ਤਾਂ ਉਹ ਵੀ ਮਰ ਚੁੱਕੀ ਸੀ। ਚੰਗਾ ਹੋਇਆ ਕਿ ਵਕਤ 'ਤੇ ਹੀ ਮਰ ਗਈ। ਉਸ ਪ੍ਰਮਾਤਮਾ ਨੇ ਉਸ ਨੂੰ ਹੋਰ ਤਕਲੀਫਾਂ ਤੋਂ ਬਚਾ ਲਿਆ ਸੀ। ਮੈਂ ਰੋ ਪਈ ਸੀ। ਮੇਰੀਆਂ ਚੀਕਾਂ ਨਾਲ ਵੀ ਉਸ ਘਰ ਵਿੱਚ ਰਹਿਣ ਵਾਲਿਆਂ 'ਤੇ ਕੋਈ ਵੀ ਅਸਰ ਨਹੀਂ ਹੋਇਆ ਸੀ। ਬੇਟੇ ਦੇ ਲਾਲਚ ਵਿੱਚ ਇਹਨਾਂ ਦਰਿੰਦਿਆਂ ਨੇ ਇੱਕ ਬੱਚੀ ਦੀ ਮਾਂ ਉਹਦੇ ਕੋਲੋਂ ਹਮੇਸ਼ਾ ਲਈ ਖੋਹ ਲਈ ਸੀ। ਮੈਂ ਆਪਣੀ ਭੈਣ ਨੂੰ ਬੁੱਕਲ ਵਿੱਚ ਲੈ ਕੇ ਇੱਕ ਪਾਸੇ ਗੁੰਮ-ਸੁੰਮ ਹੋ ਕੇ ਬਹਿ ਗਈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।